ਪੁਸਤਕ ਸਾਹਿਤਿਕ ਰੰਗ ਭਾਗ 1 ਕਹਾਣੀ ਦੁੱਧ ਤੇ ਪੁੱਤ। ਕਹਾਣੀਕਾਰ ਬਚਿੰਤ ਕੌਰ। ਬੱਚਿਓ, ਕਹਾਣੀ ਪੜ੍ਹਨ ਤੋਂ ਪਹਿਲਾਂ ਕੁਝ ਔਖੇ ਸ਼ਬਦਾਂ ਦੇ ਅਰਥ ਸਮਝਾਂਗੇ। ਖਾਸੀ ਸ਼ਬਦ ਦਾ ਅਰਥ ਹੈ ਬਹੁਤ। ਵਾਰੇ ਵਾਲੇ ਦਿਨ ਸ਼ਬਦ ਦਾ ਅਰਥ ਹੈ ਬਜ਼ੁਰਗ ਦੀ ਅੰਤਮ ਕਿਰਿਆ ਵੇਲੇ ਦੀ ਰਸਮ ਜਾਂ ਭੋਗ। ਕਸਰ ਦਾ ਅਰਥ ਹੈ ਕਮੀ। ਆਥਣ ਸ਼ਾਮ ਵੇਲਾ। ਬੁੱਤ ਦਾ ਬੁੱਤ ਖਾਮੋਸ਼। ਮੰਜੀ ਪੂਜਣੀ ਵਿਅੰਗ ਭਾਵ ਵਿੱਚ ਸੇਵਾ ਕਰਨੀ। ਭਾਰੀ ਬੋਝ। ਬਟਵਾਰਾ ਹਿੱਸਾ ਵੰਡਣਾ। ਦੁੱਖ ਫੋਲਦਾ ਦੁੱਖ ਦੱਸਦਾ ਜਾਂ ਦੁੱਖ ਸਾਂਝਾ ਕਰਦਾ। ਪਿਆਰੇ ਬੱਚੋ, ਬਚਿੰਤ ਕੌਰ ਕਹਾਣੀਕਾਰਾਂ ਦੁਆਰਾ ਲਿਖੀ ਗਈ ਕਹਾਣੀ ਦੁੱਧ ਤੇ ਪੁੱਤ ਸਾਡੇ ਪਿੰਡਾਂ ਦੇ ਕਿਸਾਨੀ ਜੀਵਨ ਦੇ ਨਾਲ ਸੰਬੰਧਿਤ ਹੈ, ਜਿੱਥੇ ਜਿਨ੍ਹਾਂ ਘਰਾਂ ਦੇ ਵਿੱਚ ਵਧੇਰੇ ਪੁੱਤ ਤੇ ਵਧੇਰੇ ਦੁੱਧ ਦੇਣ ਵਾਲੇ ਪਸ਼ੂ ਹੁੰਦੇ ਸਨ, ਉਸ ਘਰ ਨੂੰ ਸੁਖੀ ਤੇ ਖੁਸ਼ਹਾਲ ਪਰਿਵਾਰ ਮੰਨਿਆ ਜਾਂਦਾ ਸੀ, ਕਿਉਂਕਿ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਵਧੇਰੇ ਬੰਦਿਆਂ ਦੀ ਲੋੜ ਹੁੰਦੀ ਹੈ ਤੇ ਦੁੱਧ ਤੋਂ ਭਾਵ ਜ਼ਿਆਦਾ ਤਾਕਤਵਰ ਤੇ ਤੰਦਰੁਸਤ ਪਰਿਵਾਰ ਹੁੰਦਾ ਹੈ। ਤੇ ਇਹੋ ਸੋਚ ਬਾਬੇ ਬਾਰੂ ਦੀ ਪਤਨੀ ਦੀ ਵੀ ਸੀ ਕਿ ਜਿੰਨੇ ਜ਼ਿਆਦਾ ਘਰ ਦੇ ਵਿੱਚ ਪੁੱਤ ਹੋਣਗੇ ਓਨਾ ਹੀ ਸੁੱਖ ਮਿਲੇਗਾ ਬੁਢਾਪੇ ਦੇ ਵਿੱਚ। ਉਹਨਾਂ ਦੇ 5 ਪੁੱਤਰ ਸਨ। ਆਓ ਕਹਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਕੀ ਬੁੱਢੇ ਬਾਬੇ ਬਾਰੂ ਨੂੰ ਸੱਚਮੁੱਚ ਸੁੱਖ ਮਿਲਿਆ। ਕਹਾਣੀ ਦੁੱਧ ਤੇ ਪੁੱਤ। ਮਈ ਦੀ 5 ਤਰੀਕ ਹੋ ਚੁੱਕੀ ਸੀ, ਪਰ ਬਾਬੇ ਬਾਰੂ ਨੂੰ ਨਾ ਕੋਈ ਬਾਹਰਲੇ ਘਰੋਂ ਲੈਣ ਆਇਆ ਤੇ ਨਾ ਹੀ ਉਹ ਆਪ ਜਾਣ ਲਈ ਤਿਆਰ ਸੀ। ਵਿਦਿਆ ਹੁਣ ਉਸ ਨਾਲ ਖਾਸੀ ਔਖੀ ਹੋ ਕੇ ਬੋਲਦੀ ਸੀ। ਬੱਚੇ ਵੀ ਅੱਜ ਕੱਲ੍ਹ ਬਾਬੇ ਦੀ ਕਿਸੇ ਗੱਲ ਤੇ ਕੰਨ ਨਹੀਂ ਸਨ ਧਰਦੇ, ਪਰ ਫਿਰ ਵੀ ਬਾਬੇ ਬਾਰੂ ਨੇ ਹਿੰਮਤ ਕਰਕੇ ਆਪਣੇ ਪੁੱਤਰ ਕਰਤਾਰ ਸਿੰਘ ਨੂੰ ਕਹਿ ਹੀ ਦਿੱਤਾ, ਪੁੱਤਰ ਤਾਰਿਆ, ਮੈਂ ਬਾਹਰਲੇ ਘਰੇ ਨਹੀਂ ਜਾਣਾ, ਮੈਨੂੰ ਆਪਣੇ ਕੋਲ ਹੀ ਰਹਿਣ ਦੇ, ਮੇਰਾ ਬਾਹਰਲੇ ਘਰੇ ਭੋਰਾ ਵੀ ਜੀ ਨਹੀਂ ਲੱਗਦਾ। ਜੀ ਦਾ ਭਲਾ ਕੀ ਮਤਲਬ ਹੈ ਬਾਪੂ? ਜਦ ਮਾਂ ਦੇ ਵਾਰੇ ਵਾਲੇ ਦਿਨ 5 ਭਾਈਆਂ ਦੇ ਵਿੱਚ ਇਹ ਫੈਸਲਾ ਹੋਇਆ ਹੈ ਕਿ ਅਸੀਂ 5 ਭਾਈ ਤੁਹਾਨੂੰ 3-3 ਮਹੀਨੇ ਰੋਟੀ ਦੇਵਾਂਗੇ, ਵਾਰੀ ਦੇ ਮੁਤਾਬਕ 1 ਤਰੀਕ ਤੋਂ ਤੁਹਾਡੇ 3 ਮਹੀਨੇ ਇੱਥੇ ਪੂਰੇ ਹੋ ਚੁੱਕੇ ਹਨ, ਹੁਣ ਤੁਹਾਨੂੰ ਪ੍ਰੀਤੂ ਦੇ ਘਰ ਚਲੇ ਜਾਣਾ ਚਾਹੀਦਾ ਹੈ। ਬਾਬਾ ਅੱਗੋਂ ਕੁਝ ਵੀ ਉੱਤਰ ਨਾ ਦੇ ਸਕਿਆ। ਆਖਰ ਬਾਬੇ ਬਾਰੂ ਨੂੰ ਬਾਹਰਲੇ ਘਰ ਪ੍ਰੀਤੂ ਕੋਲ ਆਉਣਾ ਹੀ ਪਿਆ। ਭਾਵੇਂ ਅੰਦਰੋਂ ਉਸਦੀ ਵੱਡੀ ਰੂਹ ਨਹੀਂ ਸੀ ਕਰਦੀ ਇੱਥੇ ਆਉਣ ਨੂੰ, ਪਰ ਮਰਦਾ ਕੀ ਨਾ ਕਰਦਾ। ਕਰਤਾਰੇ ਨੇ 3 ਮਹੀਨੇ ਪਿੱਛੋਂ ਸਾਫ਼ ਕਹਿ ਜੋ ਦਿੱਤਾ ਸੀ, ਬਾਪੂ ਹੁਣ ਤੂੰ ਪ੍ਰੀਤੂ ਦੇ ਘਰ ਚਲਾ ਜਾ। ਪ੍ਰੀਤੂ ਦੀ ਵਹੁਟੀ ਬੰਤ ਬਾਬੇ ਬਾਰੂ ਦੀ ਸੇਵਾ ਦੇ ਵਿੱਚ ਕੋਈ ਕਸਰ ਨਾ ਰੱਖਦੀ। ਹਫ਼ਤੇ ਵਿੱਚ 2 ਵਾਰੀ ਉਸਦੇ ਕੱਪੜੇ ਧੋ ਦਿੰਦੀ, ਚਾਹ ਪਾਣੀ ਸਮੇਂ ਸਿਰ ਬਾਬੇ ਨੂੰ ਤਿਆਰ ਕਰਕੇ ਦਿੰਦੀ। ਆਪਣੇ ਬੱਚਿਆਂ ਨੂੰ ਵੀ ਉਸਨੇ ਸਮਝਾ ਰੱਖਿਆ ਸੀ ਕਿ ਤੁਸੀਂ ਜਿੰਨੀ ਬਾਬੇ ਦੀ ਸੇਵਾ ਕਰੋਗੇ ਤੁਹਾਨੂੰ ਓਨਾ ਹੀ ਅੱਛਾ ਫਲ ਮਿਲੇਗਾ। ਵੱਡਿਆਂ ਦੀ ਆਤਮਾ ਖੁਸ਼ ਰੱਖਣ ਤੇ ਰੱਬ ਵੀ ਖੁਸ਼ ਰਹਿੰਦਾ ਹੈ। ਪਰ ਇੰਨਾ ਕੁਝ ਕਰਨ ਤੇ ਵੀ ਬੰਤ ਦੀ ਆਪਣੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਸੀ ਮਿਲਦੀ। ਉਸਦਾ ਪਤੀ ਸ਼ਰਾਬੀ ਸੀ। ਜਦੋਂ ਵੀ ਆਥਣ ਨੂੰ ਉਹ ਘਰ ਆਉਂਦਾ ਤਾਂ ਆਉਂਦਿਆਂ ਹੀ ਅਵਾ ਤਵਾ ਬੋਲਣਾ ਸ਼ੁਰੂ ਕਰ ਦਿੰਦਾ। ਕਿਸੇ ਨਾ ਕਿਸੇ ਬਹਾਨੇ ਬੰਤ ਦੇ ਨਾਲ ਝਗੜਾ ਕਰਦਾ। ਬੱਚਿਆਂ ਨੂੰ ਉੱਚੀ ਉੱਚੀ ਗਾਲਾਂ ਕੱਢਣ ਲੱਗ ਪੈਂਦਾ। ਜੇ ਕੋਈ ਵੀ ਉਸਦੀ ਗੱਲ ਨਾ ਉਲਟਾਉਂਦਾ ਤਾਂ ਉਹ ਜਾ ਕੇ ਬਾਬੇ ਬਾਰੂ ਦੇ ਦੁਆਲੇ ਹੋ ਜਾਂਦਾ ਤੇ ਉਸਦੀ ਮੰਜੀ ਨੂੰ ਠੇਡਾ ਮਾਰ ਕੇ ਕਹਿੰਦਾ, ਬਾਪੂ ਅਜੇ ਕਿੰਨਾ ਚਿਰ ਹੋਰ ਇਹ ਮੰਜੀ ਪੂਜਣੀ ਹੈ ਮੈਂ। ਇਹ ਗੱਲ ਸੁਣ ਕੇ ਬੁੱਢੇ ਬਾਬੇ ਦਾ ਸਾਰਾ ਸਰੀਰ ਕੰਬਣ ਲੱਗਦਾ ਤੇ ਅੰਦਰੋਂ ਅੰਦਰੀ ਉਹ ਰੋ ਉੱਠਦਾ। ਉਸਨੂੰ ਸਾਰੀ ਦੁਨੀਆ ਹਨੇਰੀ ਜਾਪਣ ਲੱਗ ਪੈਂਦੀ। ਉਸਦੇ 80 ਸਾਲ ਪੁਰਾਣੇ ਹੱਡ ਜਿਵੇਂ ਉਸਨੂੰ ਮਿੱਟੀ ਦੇ ਬੜੇ ਨਜ਼ਰ ਆਉਂਦੇ। ਉਸਦਾ ਸ਼ਰਾਬੀ ਪੁੱਤਰ ਉਸਦੇ ਸਤਿਕਾਰ ਦੀ ਥਾਂ ਉਸਨੂੰ ਅਵਾ ਤਵਾ ਬੋਲਣੋਂ ਨਹੀਂ ਸੀ ਝਿਜਕਦਾ। ਕਿੰਨੀ ਬੇਪਤੀ ਕਰਦਾ ਸੀ ਪ੍ਰੀਤੂ ਬਾਬੇ ਬਾਰੂ ਦੀ। ਸ਼ਰਾਬੀ ਪੁੱਤ ਦੀਆਂ ਗੱਲਾਂ ਸੁਣ ਕੇ ਉਹ ਬੁੱਤ ਦਾ ਬੁੱਤ ਬਣ ਕੇ ਰਹਿ ਜਾਂਦਾ। ਫਿਰ ਸੋਚਾਂ ਹੀ ਸੋਚਾਂ ਵਿੱਚ ਉਹ ਆਪਣੇ 5 ਪੁੱਤਰਾਂ ਦੇ ਘਰਾਂ ਤੇ ਉਹਨਾਂ ਦੇ ਬੱਚਿਆਂ ਨੂੰ ਪਰਖਦਾ। ਆਖਰ ਉਸਦਾ ਮਨ ਕਹਿ ਉੱਠਦਾ, ਮਨਾ ਕਰਤਾਰੇ ਕੋਲ ਜੇ ਟਿਕਿਆ ਰਹਿ ਸਕੇ ਤਾਂ ਹੀ ਚੰਗੀ ਗੱਲ ਹੈ, ਪਰ ਉਹ ਵੀ ਤਾਂ ਰੱਖੇ। ਹੁਣ ਬਾਬੇ ਦੀ ਵਾਰੀ ਤਲੋਕੇ ਦੇ ਘਰ ਜਾਣ ਦੀ ਸੀ। ਤਲੋਕਾ ਸੱਚੀ ਮੁੱਚੀ ਆਪਣੇ ਪਿਓ ਦੇ ਬੁਢਾਪੇ ਨੂੰ ਇਸ ਤਰ੍ਹਾਂ ਰੁਲਦਾ ਨਹੀਂ ਸੀ ਦੇਖ ਸਕਦਾ। ਜਦੋਂ ਬਾਬਾ ਤਲੋਕੇ ਦੇ ਘਰ ਹੁੰਦਾ ਤਾਂ ਤਲੋਕੇ ਦੀ ਵਹੁਟੀ ਸਭ ਤੋਂ ਪਹਿਲਾਂ ਬਾਬੇ ਨੂੰ ਰੋਟੀ ਪਰੋਸਦੀ।
ਸਭ ਤੋਂ ਪਹਿਲਾਂ ਬਾਬੇ ਨੂੰ ਚਾਹ ਦਿੰਦੀ। ਇਸ ਘਰ ਬਾਬੇ ਦੇ ਕੱਪੜੇ ਧੋ ਕੇ ਰੋਜ਼ ਬਦਲੇ ਜਾਂਦੇ ਸਨ। ਤਲੁੱਕਾ ਉਸ ਦੀ ਖੁਸ਼ੀ ਦਾ ਪੂਰਾ ਖਿਆਲ ਰੱਖਦਾ, ਪਰ ਫਿਰ ਵੀ ਬਾਬੇ ਨੂੰ ਇਉਂ ਲੱਗਦਾ ਜਿਵੇਂ ਕੋਈ ਗੁੱਗੇ ਦੀ ਪੂਜਾ ਹੋ ਰਹੀ ਹੈ। ਗੁੱਗੇ ਦੇ ਨਾਲ ਭਲਾ ਕਿਸੇ ਨੂੰ ਕੀ ਪਿਆਰ ਹੋ ਸਕਦਾ ਹੈ? ਉਸ ਦੀ ਪੂਜਾ ਡੰਗ ਦੇ ਡਰ ਤੋਂ ਹੀ ਕੀਤੀ ਜਾਂਦੀ ਹੈ। ਗੱਲ ਵੀ ਇਹ 16 ਆਨੇ ਠੀਕ ਸੀ। ਤਲੁੱਕਾ ਬਾਬੇ ਦੀ ਸੇਵਾ ਵਿੱਚ ਆਪਣੀ ਵਹੁਟੀ ਤੇ ਸਖਤ ਨਜ਼ਰ ਰੱਖਦਾ ਸੀ, ਜਿਸ ਕਰਕੇ ਉਸ ਦੀ ਵਹੁਟੀ ਵੇਲੇ ਸਿਰ ਬਾਬੇ ਦੇ ਸਾਰੇ ਕੰਮ ਕਰ ਦਿੰਦੀ, ਰੋਜ਼ ਕੱਪੜੇ ਧੋਂਦੀ, ਚਾਹ ਪਾਣੀ ਸਮੇਂ ਸਿਰ ਦਿੰਦੀ, ਉਸਦਾ ਮੰਜਾ ਬਿਸਤਰਾ ਸਾਫ਼ ਰੱਖਦੀ। ਪਰ ਆਉਂਦੀ ਜਾਂਦੀ ਉਹ ਬਾਬੇ ਨੂੰ ਕੋਈ ਨਾ ਕੋਈ ਚੁਭਵੀਂ ਗੱਲ ਜ਼ਰੂਰ ਸੁਣਾ ਦਿੰਦੀ। ਬਾਪੂ, ਤੂੰ ਭਲਾ ਸਾਰੀ ਉਮਰ ਦੇ ਵਿੱਚ ਕੀਤਾ ਹੀ ਕੀ ਆਪਣੇ ਪੁੱਤਰਾਂ ਲਈ? ਪਿੰਡ ਦੇ ਵਿੱਚ ਸਭ ਤੋਂ ਥੋੜ੍ਹੀ ਜ਼ਮੀਨ ਹੈ ਸਾਡੇ ਕੋਲ। ਤੇਰੀ ਕੋਈ ਸੇਵਾ ਕਰੇ ਵੀ ਤਾਂ ਭਲਾ ਕਿਵੇਂ ਕਰੇ? ਬਾਬਾ ਨੂੰਹ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਅੰਦਰੋਂ ਅੰਦਰੀ ਰੋ ਉੱਠਦਾ। ਜੀ ਕਰਦਾ ਪੰਜਾਂ ਨੂੰ ਛੱਡ ਛੜਾ ਕੇ ਕਿਧਰੇ ਦੂਰ ਚਲਾ ਜਾਵੇ। ਪਰ ਇਸ ਵਿੱਚ ਤਲੁੱਕੇ ਦਾ ਕੀ ਕਸੂਰ? ਨਾ ਉਹ ਤਲੁੱਕੇ ਨੂੰ ਕੁਝ ਦੱਸਦਾ ਤੇ ਨਾ ਨੂੰਹ ਦੀ ਗੱਲ ਦਾ ਕੋਈ ਜਵਾਬ ਦਿੰਦਾ। ਬਾਬਾ ਨਹੀਂ ਚਾਹੁੰਦਾ ਸੀ ਕਿ ਘਰ ਦੇ ਵਿੱਚ ਉਸ ਦੇ ਪਿੱਛੇ ਲੜਾਈ ਹੋਵੇ। ਫਿਰ ਆਪ ਹੀ ਸੋਚ ਕੇ ਮਨ ਨੂੰ ਤਸੱਲੀ ਦੇ ਲੈਂਦਾ, ਠੀਕ ਹੀ ਤਾਂ ਕਹਿੰਦੀ ਹੈ ਤਲੁੱਕੇ ਦੀ ਬਹੂ। ਤਲੁੱਕੇ ਦੀ ਤਨਖਾਹ ਵੀ ਤਾਂ 150 ਰੁਪਏ ਹੀ ਹੈ। ਉਸਨੇ ਬੱਚੇ ਵੀ ਪਾਲਣੇ ਹਨ। ਇਸੇ ਤਰ੍ਹਾਂ ਬਾਬਾ ਸਾਰਾ ਦਿਨ ਸੋਚਾਂ ਦੀ ਉਧੇੜ ਬੁਣ ਦੇ ਵਿੱਚ ਉਲਝਿਆ ਰਹਿੰਦਾ। ਕਦੇ ਸੋਚਦਾ ਅੱਧੀ ਜ਼ਮੀਨ ਤਲੁੱਕੇ ਦੇ ਨਾਂ ਲਵਾ ਦੇਵਾਂ, ਬਾਕੀ ਤਾਂ ਆਪਣੇ ਆਪਣੇ ਘਰ ਸਾਰੇ ਚੰਗਾ ਖਾਂਦੇ ਪੀਂਦੇ ਹਨ, ਇਸੇ ਦਾ ਗੁਜ਼ਾਰਾ ਮੁਸ਼ਕਲ ਹੈ। ਪਰ ਇਹ ਗੱਲ ਉਸਦੇ ਦੂਜੇ ਪੁੱਤਰ ਕਿਵੇਂ ਸਹਾਰ ਸਕਦੇ ਹਨ? ਉਹ ਤਾਂ ਪੂਰੇ ਹਿੱਸੇ ਦੇ ਲਈ ਮਰਨ ਨੂੰ ਤਿਆਰ ਹੋ ਜਾਣਗੇ। ਨਾਲੇ ਦਿਆਲਾ, ਜੋ ਹੁਣ ਸਾਰੀ ਜ਼ਮੀਨ ਨੂੰ ਵਾਹੁੰਦਾ ਬੀਜਦਾ ਹੈ, ਉਹ ਕਦੋਂ ਮੰਨਣ ਲੱਗਿਆ ਇਸ ਗੱਲ ਨੂੰ? ਉਸਦੇ ਘਰ ਰੱਬ ਦਾ ਦਿੱਤਾ ਦੁੱਧ ਪੁੱਤ ਸਭੋ ਕੁਝ ਹੈ, ਪਰ ਫਿਰ ਵੀ ਉਸਦੀ ਨੀਅਤ ਫਿੱਟੀ ਪਈ ਹੈ। ਅੰਦਰੋਂ ਅੰਦਰੀ ਉਹ ਪਟਵਾਰੀ ਦੇ ਨਾਲ ਮਿਲ ਕੇ ਅੱਗੇ ਦੀ ਸਾਰੀ ਜ਼ਮੀਨ ਹਥਿਆਉਣ ਨੂੰ ਫਿਰਦਾ ਹੈ। ਤਾਈਓ ਤਾਂ ਉਹ ਬਾਬੇ ਬਾਰੂ ਨੂੰ ਪਿੰਡ ਦੇ ਵਿੱਚ ਬੁਲਾ ਕੇ ਖੁਸ਼ ਨਹੀਂ। ਸੋਚ ਕੇ ਬਾਬਾ ਰੋਣ ਹੱਕਾ ਹੋ ਜਾਂਦਾ। ਐਡਾ ਵੱਡਾ ਪਰਿਵਾਰ ਸੀ ਉਸਦਾ ਕਿ ਲੋਕ ਪਿੰਡ ਵਿੱਚ ਉਸਨੂੰ ਵੱਡੇ ਪਰਿਵਾਰ ਵਾਲਾ ਕਹਿ ਕੇ ਬੁਲਾਉਂਦੇ ਸਨ। ਜਦੋਂ ਕਦੇ ਉਹ ਸਾਰੇ ਪੋਤੇ ਪੋਤੀਆਂ ਦੇ ਵਿੱਚ ਬੈਠਾ ਹੁੰਦਾ ਤਾਂ ਉਸਨੂੰ ਕਈ ਵਾਰ ਇਹ ਵੀ ਭੁੱਲ ਜਾਂਦਾ ਕਿ ਕਿਹੜਾ ਪੁੱਤਰ ਦਿਆਲੇ ਦਾ ਹੈ ਤੇ ਕਿਹੜਾ ਪ੍ਰੀਤੂ ਦਾ ਹੈ। ਪਰ ਕੋਈ ਉਸਦੀ ਬਾਤ ਨਹੀਂ ਪੁੱਛਦਾ। ਜਦੋਂ ਉਸਦੀ ਪਤਨੀ ਜਿਉਂਦੀ ਸੀ ਤਾਂ ਉਹ ਪਿੰਡ ਵਿੱਚ ਹੀ ਰਹਿੰਦਾ ਸੀ ਤੇ ਦਿਆਲੇ ਨੇ ਉਸਦੀ ਮੰਜੀ ਨੀਰੇ ਵਾਲੇ ਅੰਦਰ ਡਾਹ ਰੱਖੀ ਸੀ। ਪਰ ਜਦੋਂ ਉਹ ਮਰ ਗਈ ਤਾਂ ਉਸਦੀ ਮੰਜੀ ਦਾ ਕੋਈ ਵੀ ਟਿਕਾਣਾ ਨਹੀਂ ਸੀ ਰਿਹਾ। ਪਹਿਲਾ ਦੂਜੇ ਵੱਲ, ਦੂਜਾ ਤੀਜੇ ਵੱਲ ਤੇ ਤੀਜਾ ਚੌਥੇ ਵੱਲ ਤੱਕਣ ਨੂੰ ਤਿਆਰ ਹੀ ਰਹਿੰਦਾ ਸੀ। ਜਿੰਨਾ ਵੱਡਾ ਉਸਦਾ ਪਰਿਵਾਰ ਸੀ, ਉਨੀਆਂ ਹੀ ਤੰਦਾਂ ਦੇ ਵਿੱਚ ਉਹ ਉਲਝਿਆ ਪਿਆ ਸੀ। ਕਈ ਵਾਰੀ ਬਹੁਤਾ ਦੁਖੀ ਹੋ ਕੇ ਆਪਣੀ ਸਵਰਗਵਾਸੀ ਪਤਨੀ ਨੂੰ ਕਹਿ ਉੱਠਦਾ, ਦੇਖ ਭਾਗਵੰਤੀਏ, ਤੂੰ ਕਹਿੰਦੀ ਹੁੰਦੀ ਸੀ ਜਿੰਨੇ ਪੁੱਤ ਬਹੁਤੇ ਹੋਣਗੇ ਓਨਾ ਹੀ ਬਹੁਤਾ ਸੁੱਖ ਮਿਲੇਗਾ ਬੁਢਾਪੇ ਵਿੱਚ। ਕਦੇ ਭਲਾ ਕਿਸੇ ਨੂੰ ਦੁੱਧ ਤੇ ਪੁੱਤ ਵੀ ਬਹੁਤੇ ਲੱਗੇ ਹਨ? ਅੱਜ ਮੇਰੀ ਹਾਲਤ ਦੇਖ ਜ਼ਰਾ ਆ ਕੇ, ਮੈਂ ਕਿੰਨਾ ਦੁਖੀ ਹਾਂ। ਮੇਰੀ ਰੁੱਖੀ ਮਿੱਸੀ ਵੀ ਸਭ ਨੂੰ ਭਾਰੀ ਲੱਗਦੀ ਹੈ। ਫਿਰ ਇੱਕ ਵਾਰ ਉਸਨੇ 5 ਪੁੱਤਰਾਂ ਤੇ ਨਜ਼ਰ ਦੌੜਾਈ, ਪਰ 5ਵਾਂ ਤਾਂ ਅਜੇ ਵਿਆਹਿਆ ਵੀ ਨਹੀਂ। ਨਾਲੇ ਉਹ ਤਾਂ ਬਾਹਰ ਨੌਕਰੀ ਕਰਦਾ ਹੈ, ਮੇਰੇ ਕੋਲੋਂ 500 ਮੀਲ ਦੂਰ। ਉਸ ਦੇ ਨਾਲ ਭਲਾ ਮੇਰਾ ਕੀ ਗਿਲਾ? ਹੁਣ ਸਾਲ ਦਾ ਅੰਤ ਆ ਗਿਆ ਸੀ। ਹੁਣ ਫੇਰ ਬਾਬੇ ਦੀ ਵਾਰੀ ਕਰਤਾਰੇ ਦੇ ਘਰ ਜਾਣ ਦੀ ਆ ਗਈ ਸੀ। ਬਾਬਾ ਬਾਰੂ ਅੰਦਰੋਂ ਅੰਦਰੀ ਖੁਸ਼ ਹੋ ਰਿਹਾ ਸੀ, ਕਿਉਂਕਿ ਕਰਤਾਰੇ ਦੇ ਘਰ ਦੇ ਨਾਲ ਹੀ ਉਸਦਾ ਛੋਟਾ ਭਰਾ ਆਪਣੇ ਇਕਲੌਤੇ ਪੁੱਤਰ ਦੇ ਕੋਲ ਰਹਿੰਦਾ ਸੀ, ਜਿਸ ਨੂੰ ਕਿਸੇ ਬਟਵਾਰੇ ਦੀ ਲੋੜ ਨਹੀਂ ਸੀ ਸਤਾਉਂਦੀ। ਤੇ ਬਾਬਾ ਬਾਰੂ ਕਿੰਨਾ ਚਿਰ ਆਪਣੇ ਛੋਟੇ ਭਰਾ ਕੋਲ ਬੈਠਾ ਆਪਣਾ ਦੁੱਖ ਸੁੱਖ ਫੋਲਦਾ ਰਹਿੰਦਾ ਸੀ। ਬੱਚਿਓ, ਇਸ ਕਹਾਣੀ ਵਿੱਚ ਕਹਾਣੀਕਾਰਾ ਬਚਿੰਤ ਕੌਰ ਨੇ ਇਹ ਸੰਦੇਸ਼ ਦਿੱਤਾ ਹੈ ਕਿ ਵੱਡੇ ਪਰਿਵਾਰ ਦੇ ਮਾਂ-ਬਾਪ ਆਪਣੇ ਬੱਚਿਆਂ ਨੂੰ ਕਦੇ ਬੋਝ ਨਹੀਂ ਸਮਝਦੇ, ਪਰ ਬੱਚੇ ਆਪਣੇ ਮਾਤਾ ਪਿਤਾ ਨੂੰ ਇੱਕ ਦੂਜੇ ਵੱਲ ਤੱਕਦੇ ਰਹਿੰਦੇ ਹਨ। ਬਾਬਾ ਬਾਰੂ ਇਸ ਕਹਾਣੀ ਵਿੱਚ ਸੋਚਦਾ ਹੈ ਕਿ ਦੁੱਧ ਤੇ ਪੁੱਤ ਫਿੱਟਣ ਲੱਗਿਆਂ ਕਦੇ ਦੇਰ ਨਹੀਂ ਲਾਉਂਦੇ। ਲੇਖਕਾਂ ਨੇ ਸਮਾਜ ਦੇ ਉੱਤੇ ਤਿੱਖਾ ਵਿਅੰਗ ਕੀਤਾ ਹੈ। ਮਾਪਿਆਂ ਦੀ ਬੇਕਦਰੀ ਕਹਾਣੀ ਦਾ ਮੁੱਖ ਵਿਸ਼ਾ ਹੈ। ਧੰਨਵਾਦ।